ਐਮੇਚੋਰ ਓਲੰਪੀਆ ਜਾਂ ਆਰਨੋਲਡ ਕਲਾਸਿਕ, ਇਹ ਦੋਨੋਂ ਜਿਹੜੇ ਈਵੈਂਟਸ ਨੇ ਵਰਲਡ ਦੇ ਸਭ ਤੋਂ ਵੱਧ ਰਿਕੋਗਨਾਈਜ਼ਡ ਈਵੈਂਟ ਨੇ ਬਾਡੀ ਬਿਲਡਿੰਗ ਦੇ ਵਿੱਚ, ਜਿਸ 'ਚ ਦੁਨੀਆ ਭਰ ਦੇ ਐਥਲੀਟ ਕੰਪੀਟ ਕਰਦੇ ਨੇ। ਹੁਣ ਆ ਕੇ ਮੇਰੇ ਕੋਲ ਇੰਟਰਨੈਸ਼ਨਲ ਲੈਵਲ ਦੇ 30 ਟੋਟਲ ਮੈਡਲਸ ਨੇ, ਜਿਨ੍ਹਾਂ ਵਿੱਚ 28 ਮੈਡਲ ਮੈਂ ਇੰਡੀਆ ਤੋਂ ਬਾਹਰ ਜਾ ਕੇ ਵਨ ਕੀਤੇ ਨੇ। ਲਾਸਟ ਜਿਹੜਾ ਮੈਂ ਇਵੈਂਟ ਖੇਡਿਆ ਨਵੰਬਰ 2021 ਦੇ ਵਿੱਚ, ਮੈਂ ਬਿਗਮੈਨ ਕਲਾਸਿਕ ਸਪੇਨ 'ਚ ਕੰਪੀਟ ਕੀਤਾ ਸੀ। ਪਰਿਵਾਰ ਤੋਂ ਬਾਅਦ ਜਦੋਂ ਮੇਰੇ ਕੋਲ ਐਕਸਟਰਾ ਇਨਕਮ ਆਈ ਵੀ ਮੈਂ ਆਪਣਾ ਖਰਚਾ ਕਰ ਸਕਦਾ, ਤਾਂ 2010 ਵਿੱਚ ਮੈਂ ਦੁਬਾਰਾ ਗੇਮ ਕਰਨੀ ਸ਼ੁਰੂ ਕੀਤੀ। ਉਸ ਤੱਕ ਮੈਂ 27 ਸਾਲ ਤੋਂ 28 ਸਾਲ ਦੀ ਏਜ 'ਚ ਮੈਂ ਦੁਬਾਰਾ ਗੇਮ 'ਚ ਵਾਪਸ ਆਇਆ। ਅਤੇ ਦੁਬਾਰਾ ਗੇਮ 'ਚ ਆਉਣਾ ਮੇਰੇ ਲਈ ਟਫ ਸੀ, ਬਟ ਲਗਾਤਾਰ 3 ਤੋਂ 5 ਸਾਲ ਮੈਂ ਇਸ ਗੇਮ ਦੇ ਵਿੱਚ ਆਪਣੇ ਪ੍ਰੈਕਟਿਸ ਨੂੰ ਮੈਂ ਕੰਟੀਨਿਊ ਰੱਖਿਆ। ਅਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਮੇਰੀ ਸਪੋਰਟ ਕੀਤੀ। ਮੇਰੀ ਵਾਈਫ ਨੇ ਮੇਰੀ ਗੇਮ ਨੂੰ ਐਜ਼ ਆਪਣੀ ਆਪਣਾ ਟਾਰਗੇਟ ਸਮਝ ਕੇ ਮੇਰੀ ਗੇਮ ਦੇ ਵਿੱਚ ਸਪੋਰਟ ਕੀਤੀ ਹੈ। ਪੰਜਾਬ ਦੇ ਨੌਜਵਾਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੂਬੇ ਦਾ ਨਾਮ ਸ਼ੁਰੂ ਤੋਂ ਹੀ ਰੋਸ਼ਨ ਕੀਤਾ, ਤਾਂ ਇਹਨਾਂ ਦੇ ਵਿੱਚ ਇੱਕ ਹੋਰ ਨਾਮ ਅੱਜ ਦਰਜ ਹੋਣ ਜਾ ਰਿਹਾ। ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ, ਜੋ ਬੋਡੀ ਬਿਲਡਿੰਗ ਦੇ ਵਿੱਚ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਤਾਂ ਹੁਣ ਅੱਜ ਬਹੁਤ ਸਾਰੇ ਮੈਡਲ ਤੇ ਅਵਾਰਡ ਉਹਨਾਂ ਨੂੰ ਮਿਲ ਚੁੱਕੇ ਨੇ, ਤੇ ਹੁਣ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਹੈ ਉਹ ਦਰਜ ਹੋਣ ਜਾ ਰਿਹਾ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਸਰ, ਸਭ ਤੋਂ ਪਹਿਲੇ ਤੁਹਾਨੂੰ ਮੁਬਾਰਕਾਂ ਨੇ, ਜੋ ਦੇਸ਼ ਦਾ ਨਾਮ, ਪੰਜਾਬ ਦਾ ਨਾਮ ਤੇ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨ ਜਾ ਰਹੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮੇਰੇ ਕੋਲ ਆਉਣ ਲਈ। ਅਤੇ ਕੀ ਕਹਿਣਾ ਚਾਹੋਗੇ ਸਰ, ਜਿਹੜੀ ਸ਼ੁਰੂਆਤ ਹੈ ਇਸ ਸਫ਼ਰ ਦੀ ਕਦੋਂ ਹੋਈ, ਤੇ ਕੀ ਸੋਚਿਆ ਸੀ ਕਿ ਅੱਜ ਇਸ ਮੁਕਾਮ 'ਤੇ ਤੁਸੀਂ ਪਹੁੰਚ ਜਾਓਗੇ? ਹਰ ਐਥਲੀਟ ਦੇ ਮਾਈਂਡ ਦੇ ਵਿੱਚ ਜਾਂ ਇੱਕ ਦਿਲ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਮੈਂ ਆਪਣੀ ਗੇਮ ਦੇ ਵਿੱਚ ਉਸ ਮੁਕਾਮ ਤੱਕ ਜਾਵਾਂ ਜੋ ਉਸ ਗੇਮ ਦਾ ਸਭ ਤੋਂ ਟੌਪ ਲੈਵਲ ਹੁੰਦਾ ਜੀ। ਅਤੇ ਮੈਂ ਸ਼ੁਰੂ ਤੋਂ ਹੀ ਇਸ ਡਰੀਮ ਨੂੰ ਲੈ ਕੇ ਆਪਣੀ ਗੇਮ ਨੂੰ ਕੀਤਾ। ਅਤੇ ਐਮੇਚੋਰ ਓਲੰਪੀਆ ਜਾਂ ਆਰਨੋਲਡ ਕਲਾਸਿਕ, ਇਹ ਦੋਨੋਂ ਜਿਹੜੇ ਈਵੈਂਟਸ ਨੇ ਵਰਲਡ ਦੇ ਸਭ ਤੋਂ ਵੱਧ ਰਿਕੋਗਨਾਈਜ਼ਡ ਈਵੈਂਟ ਨੇ ਬਾਡੀ ਬਿਲਡਿੰਗ ਦੇ ਵਿੱਚ, ਜਿਸ 'ਚ ਦੁਨੀਆ ਭਰ ਦੇ ਐਥਲੀਟ ਕੰਪੀਟ ਕਰਦੇ ਨੇ। ਅਤੇ ਸ਼ੁਰੂ ਤੋਂ ਹੀ ਮੇਰਾ ਉਹ ਟਾਰਗੇਟ ਸੀ, ਅਤੇ ਜਿਸ ਨੂੰ ਲੈ ਕੇ ਮੈਂ ਆਪਣੀ ਬਾਡੀ ਬਿਲਡਿੰਗ ਦਾ ਸਫ਼ਰ ਸ਼ੁਰੂ ਤੋਂ ਲੈ ਕੇ ਉਸ ਚੀਜ਼ ਨੂੰ ਟਾਰਗੇਟ ਰੱਖ ਕੇ ਹੀ ਕੀਤਾ ਮੈਂ। ਅਤੇ ਉਸ ਟਾਰਗੇਟ ਨੂੰ ਅਚੀਵ ਕਰਦੇ ਕਰਦੇ ਅੱਜ ਮੈਨੂੰ ਤਕਰੀਬਨ 17 ਤੋਂ 18 ਸਾਲ ਲੱਗ ਗਏ ਨੇ। ਅਤੇ ਹੁਣ ਆ ਕੇ ਮੇਰੇ ਕੋਲ ਇੰਟਰਨੈਸ਼ਨਲ ਲੈਵਲ ਦੇ 30 ਟੋਟਲ ਮੈਡਲਸ ਨੇ, ਜਿਨ੍ਹਾਂ ਵਿੱਚ 28 ਮੈਡਲ ਮੈਂ ਇੰਡੀਆ ਤੋਂ ਬਾਹਰ ਜਾ ਕੇ ਵਨ ਕੀਤੇ ਨੇ। ਕਿਹੜੀ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਉਹ ਮੈਡਲ ਜਿਹੜੇ ਜਿੱਤ ਕੇ ਲੈ ਕੇ ਆਏ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਮੈਂ ਸਪੇਨ 'ਚ ਕੰਪੀਟ ਕੀਤਾ ਸੀ, ਠੀਕ ਹੈ ਜੀ। ਸਪੇਨ ਤੋਂ ਬਾਅਦ ਮੈਂ ਇਟਲੀ 'ਚ ਕੰਪੀਟ ਕੀਤਾ, ਫਿਰ ਦੁਬਾਰਾ ਸਪੇਨ 'ਚ ਕੰਪੀਟ ਕੀਤਾ। ਉਸ ਤੋਂ ਬਾਅਦ ਮੈਂ ਸਾਊਥ ਅਫਰੀਕਾ 'ਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਸਾਊਥ ਅਫਰੀਕਾ ਤੋਂ ਬਾਅਦ ਮੈਂ ਐਮੇਚੋਰ ਓਲੰਪੀਆ ਇੰਗਲੈਂਡ ਵਿੱਚ ਕੰਪੀਟ ਕੀਤਾ, ਉੱਥੇ ਮੈਂ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਜੀ। ਉਸ ਤੋਂ ਬਾਅਦ ਫਿਰ ਮੈਂ ਜਿਵੇਂ 2021 ਦੇ ਵਿੱਚ ਆਰਨੋਲਡ ਕਲਾਸਿਕ UK ਵਿੱਚ ਹੋਇਆ, ਉੱਥੇ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ। ਉਸ ਤੋਂ ਬਾਅਦ ਮੈਂ ਡੈਨਮਾਰਕ ਦੇ ਵਿੱਚ ਐਮੇਚੋਰ ਓਲੰਪੀਆ ਹੋਇਆ, ਉੱਥੇ ਕੰਪੀਟ ਕੀਤਾ। ਲਾਸਟ ਜਿਹੜਾ ਮੈਂ ਇਵੈਂਟ ਖੇਡਿਆ ਨਵੰਬਰ 2021 ਦੇ ਵਿੱਚ, ਮੈਂ ਬਿਗਮੈਨ ਕਲਾਸਿਕ ਸਪੇਨ 'ਚ ਕੰਪੀਟ ਕੀਤਾ ਸੀ। ਸਰ, ਗੱਲ ਕਰੀਏ ਕਿੰਨੀ ਕੁ ਮਿਹਨਤ ਜਿਹੜੀ ਤੁਸੀਂ ਕੀਤੀ, ਜਿਹੜੀ ਅੱਜ ਰੰਗ ਲੈ ਕੇ ਆਈ ਹੈ, ਅਤੇ ਜਿਹੜੀ ਸ਼ੁਰੂਆਤ ਹੈ ਸਫ਼ਰ ਦੀ ਕਿਹੜੇ ਸਾਲ ਦੇ ਵਿੱਚ ਕੀਤੀ ਸੀ? ਅੱਜ 2022 ਚੱਲ ਰਿਹਾ। ਦੇਖੋ ਜੀ, ਗੇਮ ਮੈਂ ਤਕਰੀਬਨ 20 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਸੀ, ਬਟ ਉਸ ਟਾਈਮ 'ਤੇ ਮੇਰਾ ਜਿਹੜਾ ਗੇਮ ਦਾ ਕੈਰੀਅਰ ਸੀ ਤਕਰੀਬਨ 3 ਸਾਲ ਦਾ ਸੀ। ਮੈਂ 3 ਸਾਲ ਗੇਮ ਕਰਕੇ ਗੇਮ ਨੂੰ ਕੁਇਟ ਕਰਤਾ ਸੀ, ਅਤੇ ਕੁਝ ਹਾਲਾਤ ਸੀ ਇੱਦਾਂ ਦੇ ਸੀ। ਅਤੇ 2007 ਤੋਂ ਲੈ ਕੇ 10 ਤੱਕ ਮੈਂ ਆਪਣੇ ਕਾਰੋਬਾਰ 'ਚ ਰੁੱਝਿਆ ਰਿਹਾ ਜੀ। ਆਪਣੇ ਕਾਰੋਬਾਰ 'ਚ ਸੈਟਲ ਹੋਣ ਤੋਂ ਬਾਅਦ ਲੱਗਾ ਵੀ ਮੇਰੇ ਕੋਲ ਇੱਕ ਐਕਸਟਰਾ ਇਨਕਮ ਹੈਗੀ ਹੈ, ਜਿਹਦੇ ਨਾਲ ਮੈਂ ਆਪਣਾ ਗੇਮ ਦਾ ਖਰਚਾ ਪੂਰਾ ਕਰ ਸਕਦਾ।
ਠੀਕ ਹੈ। ਤੇ ਪਰਿਵਾਰ ਤੋਂ ਬਾਅਦ ਜਦੋਂ ਮੇਰੇ ਕੋਲ ਐਕਸਟਰਾ ਇਨਕਮ ਆਈ ਵੀ ਮੈਂ ਆਪਣਾ ਖਰਚਾ ਕਰ ਸਕਦਾ, ਤਾਂ ਫਿਰ 2010 ਵਿੱਚ ਮੈਂ ਦੁਬਾਰਾ ਗੇਮ ਕਰਨੀ ਸ਼ੁਰੂ ਕੀਤੀ। ਉਸ ਤੱਕ ਮੈਂ ਲਾਈਕ 27 ਸਾਲ ਤੋਂ 28 ਸਾਲ ਦੀ ਏਜ 'ਚ ਮੈਂ ਦੁਬਾਰਾ ਗੇਮ 'ਚ ਵਾਪਸ ਆਇਆ। ਤੇ ਦੁਬਾਰਾ ਗੇਮ 'ਚ ਆਉਣਾ ਮੇਰੇ ਲਈ ਟਫ ਸੀ, ਬਟ ਲਗਾਤਾਰ 3 ਤੋਂ 5 ਸਾਲ ਮੈਂ ਇਸ ਗੇਮ ਦੇ ਵਿੱਚ ਆਪਣੇ ਪ੍ਰੈਕਟਿਸ ਨੂੰ ਮੈਂ ਕੰਟੀਨਿਊ ਰੱਖਿਆ, ਆਪਣੇ ਡਿਸਿਪਲਿਨ ਲਾਈਫ ਨੂੰ ਕੰਟੀਨਿਊ ਰੱਖਿਆ। ਇਹ ਗੇਮ ਤੁਹਾਡੇ ਡਿਸਿਪਲਿਨ ਦੇ ਉੱਤੇ ਡਿਪੈਂਡ ਕਰਦੀ ਆ, ਤੁਹਾਡੀ ਇੱਕ ਖਾਣ ਦੀ ਰੂਟੀਨ ਦੇ ਉੱਤੇ ਡਿਪੈਂਡ ਕਰਦੀ ਆ। ਨਿਊਟ੍ਰੀਸ਼ਨਸ ਨੂੰ ਗੇਮ ਦੇ ਅਕੋਰਡਿੰਗਲੀ ਲੈਣਾ ਇਸ ਗੇਮ ਦਾ ਸਭ ਤੋਂ ਵੱਡਾ ਟਾਸਕ ਆ ਜੀ। ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਨਿਊਟ੍ਰੀਸ਼ਨ ਬਾਰੇ ਨੌਲੇਜ ਹੋਣੀ ਚਾਹੀਦੀ ਆ, ਠੀਕ ਹੈ ਜੀ। ਜਿਹੜੇ ਮਸਲ ਨੂੰ ਤੁਸੀਂ ਪ੍ਰੈਕਟਿਸ ਦੇ ਦੌਰਾਨ ਬ੍ਰੇਕ ਕਰਦੇ ਹੋ, ਤੋੜਦੇ ਹੋ, ਉਹਨਾਂ ਨੂੰ ਰਿਪੇਅਰ ਕਿੱਦਾਂ ਕਰਨਾ, ਉਹਨਾਂ ਦੀ ਗਰੋਥ ਕਿੱਦਾਂ ਕਰਨੀ ਆ, ਠੀਕ ਹੈ। ਅਤੇ ਇਹ ਸਾਰਾ ਕੁਛ ਜਦੋਂ ਇੱਕ ਮੈਨੇਜੇਬਲ ਸਿਸਟਮ ਦੇ ਵਿੱਚ, ਇੱਕ ਡਿਸਿਪਲਿਨ 'ਚ ਲਗਾਤਾਰ ਰੂਟੀਨ 'ਚ ਕਈ ਸਾਲਾਂ ਤੋਂ ਚੱਲਦਾ ਰਿਹਾ, ਅਤੇ ਫਿਰ ਇੱਕ ਮੁਕਾਮ ਇੱਦਾਂ ਦਾ ਆਇਆ ਵੀ ਪਹਿਲਾਂ ਮੈਂ ਟੌਪ 10 'ਚ ਆਉਣਾ ਸ਼ੁਰੂ ਹੋਇਆ, ਟੌਪ 10 ਤੋਂ ਬਾਅਦ ਮੈਂ ਟੌਪ 5 'ਚ ਆਉਣਾ ਸ਼ੁਰੂ ਹੋਇਆ, ਟੌਪ 5 ਤੋਂ ਬਾਅਦ ਮੈਂ ਟੌਪ 3 'ਚ ਆਉਣਾ ਸ਼ੁਰੂ ਹੋਇਆ। ਤਾਂ ਹੁਣ ਤੱਕ ਜਿਵੇਂ ਮੇਰੇ ਕੋਲ ਤਕਰੀਬਨ 30 ਇੰਟਰਨੈਸ਼ਨਲ ਮੈਡਲ ਨੇ, ਜਿਨ੍ਹਾਂ ਵਿੱਚੋਂ ਮੈਂ 28 ਮੈਡਲ ਇੰਡੀਆ ਤੋਂ ਬਾਹਰ ਜਾ ਕੇ ਵਨ ਕੀਤੇ ਨੇ। ਪਹਿਲੇ ਮੈਡਲ ਦੀ ਗੱਲ ਕਰੀਏ ਤੇ ਜਿਹੜਾ ਅਵਾਰਡ ਸੀ ਤੁਹਾਨੂੰ ਜਦੋਂ ਸਨਮਾਨਿਤ ਕੀਤਾ ਗਿਆ, ਉਹ ਕਿਹੜੀ ਜਗ੍ਹਾ ਸੀ ਤੇ ਕਿੱਥੇ ਕੀਤਾ ਗਿਆ? ਦੇਖੋ ਜੀ, ਮੇਰਾ ਡ੍ਰੀਮ ਸੀ ਐਮੇਚਰ ਓਲੰਪੀਆ 'ਚ ਗੋਲਡ ਮੈਡਲ ਵਨ ਕਰਨ ਦਾ। ਜਿਹੜਾ ਸਭ ਤੋਂ ਪਹਿਲਾ ਗੋਲਡ ਮੈਡਲ ਜਿਹੜਾ ਮੈਂ ਵਨ ਕੀਤਾ, ਉਹ ਮੈਂ 2017 ਦੇ ਵਿੱਚ ਇਟਲੀ 'ਚ ਵਨ ਕੀਤਾ ਸੀ, ਠੀਕ ਹੈ ਜੀ। ਅਤੇ ਉਹ ਕਿਸ ਤਰੀਕੇ ਦੀ ਉਸ ਵੇਲੇ ਖੁਸ਼ੀ ਸੀ, ਮਨ 'ਚ ਕੀ ਖਿਆਲ ਆ ਰਿਹਾ ਸੀ, ਕਿਸ ਤਰ੍ਹਾਂ ਦਾ ਮਾਣ ਹੈ ਜਿਹੜਾ ਉਹ ਉਸ ਵੇਲੇ ਮਹਿਸੂਸ ਹੋ ਰਿਹਾ ਸੀ? ਦੇਖੋ ਜੀ, ਉਹ ਪਲ ਮੈਨੂੰ ਅੱਜ ਵੀ ਯਾਦ ਨੇ। ਅਤੇ ਜਦੋਂ ਇੱਕ ਡਰੀਮ ਪੂਰਾ ਹੁੰਦਾ ਤਾਂ ਉਹਦੀ ਇੱਕ ਫੀਲਿੰਗ ਤੁਸੀਂ ਕਿਸੇ ਨਾਲ ਬਿਆਨ ਸ਼ਾਇਦ ਨਾ ਹੀ ਕਰ ਪਾਓ, ਅਤੇ ਮੀਨਜ਼ ਆਪਣੇ ਆਪ 'ਚ ਹਾਂਜੀ ਮਹਿਸੂਸ ਕੀਤੀ ਜਾ ਸਕਦੀ ਆ। ਕੋਈ ਵੀ ਸਪੋਰਟਸਮੈਨ ਜਦੋਂ ਵਨ ਕਰਦਾ, ਉਹਦੇ ਵਾਸਤੇ ਆਪਣੇ ਆਪ 'ਚ ਹੀ ਇੱਕ ਬੜੀ ਵੱਡੀ ਖੁਸ਼ੀ ਹੁੰਦੀ ਹੈ। ਅਤੇ ਮੀਨਜ਼ ਉਸ ਤੋਂ ਬਾਅਦ ਮੈਂ ਉਸ ਚੀਜ਼ ਨੂੰ ਆਪਣੇ ਲਈ ਹੋਰ ਮੋਟੀਵੇਸ਼ਨ ਹੋਇਆ ਉਸ ਚੀਜ਼ ਤੋਂ। ਮੈਂ ਉਸ ਵਨ ਤੋਂ ਬਾਅਦ ਅਤੇ ਮੈਂ ਆਪਣੀ ਗੇਮ ਦੇ ਸਫ਼ਰ ਨੂੰ ਕੰਟੀਨਿਊ ਰੱਖਿਆ ਜੀ। ਅਤੇ ਬੈਕ ਟੂ ਬੈਕ ਜਿੱਦਾਂ ਮੈਨੂੰ ਚੰਗਾ ਕੋਚ ਮਿਲਿਆ, ਉਹਦੀ ਕੋਚਿੰਗ ਦੇ ਅੰਡਰ ਮੈਨੂੰ ਬਹੁਤ ਲਾਈਕ ਇੰਪਰੂਵਮੈਂਟਸ ਆਈਆਂ ਮੇਰੀ ਪਰਫੋਰਮੈਂਸ ਦੇ ਵਿੱਚ, ਅਤੇ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ। ਇੱਕ ਗੱਲ ਕਹੀ ਜਾਂਦੀ ਹੈ ਕਿ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਇਸ ਕਾਮਯਾਬ ਵਿਅਕਤੀ ਦੇ ਪਿੱਛੇ ਕਿਸ ਔਰਤ ਦਾ ਹੱਥ ਸੀ? ਤੁਸੀਂ ਸ਼ਾਦੀशुदा ਹੋ, ਕਿਸ ਤਰੀਕੇ ਦਾ ਜਿਹੜਾ ਤੁਹਾਡਾ ਪਰਸਨਲ ਲਾਈਫ ਹੈ ਉਹ ਕਿਸ ਤਰੀਕੇ ਦੀ ਰਹੀ? ਹਾਂਜੀ, ਇਸ ਗੇਮ ਦੇ ਵਿੱਚ ਤੁਹਾਡੇ ਪਾਰਟਨਰ ਦਾ ਬਹੁਤ ਵੱਡਾ ਰੋਲ ਆ ਜੀ। ਸਭ ਤੋਂ ਵੱਡੀ ਜਿਹੜੀ ਸਪੋਰਟ ਆ, ਸਭ ਤੋਂ ਪਹਿਲੀ ਸਪੋਰਟ ਆ ਜਿਹੜੀ ਮੇਰੇ ਪੇਰੈਂਟਸ ਨੇ ਮੈਨੂੰ ਦਿੱਤੀ ਜੀ, ਅਤੇ ਉਸ ਤੋਂ ਬਾਅਦ ਮੇਰੀ ਵਾਈਫ ਨੇ ਮੇਰੀ ਸਪੋਰਟ ਕੀਤੀ। ਮੇਰੀ ਵਾਈਫ ਨੇ ਮੇਰੀ ਗੇਮ ਨੂੰ ਐਜ਼ ਆਪਣੀ ਲਾਈਕ ਆਪਣਾ ਟਾਰਗੇਟ ਸਮਝ ਕੇ ਮੇਰੀ ਗੇਮ ਦੇ ਵਿੱਚ ਸਪੋਰਟ ਕੀਤੀ ਆ। ਅਤੇ ਇੱਕ ਐਥਲੀਟ ਨੂੰ ਟਾਈਮ ਟੂ ਟਾਈਮ ਡਾਈਟ ਦੀ ਲੋੜ ਪੈਂਦੀ ਆ। ਉਹ ਬੋਡੀ ਬਿਲਡਿੰਗ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਡਾਈਟ ਖਾਣੀ ਪੈਂਦੀ ਆ। ਤੁਸੀਂ ਮਸਾਲਿਆਂ ਤੋਂ ਬਿਨਾਂ ਸਭ ਕੁਛ ਰਹਿਣਾ ਪੈਣਾ, ਤੁਹਾਨੂੰ ਕੋਈ ਤੜਕਾ ਨਹੀਂ ਚੱਲਦਾ ਇਹਦੇ ਵਿੱਚ, ਅਤੇ ਬਿਲਕੁਲ ਇੱਕ ਪ੍ਰੋਪਰ ਨਿਊਟ੍ਰੀਸ਼ਨਸ ਤੁਹਾਨੂੰ ਚਾਹੀਦੇ ਨੇ। ਸਵਾਦ ਛੱਡਣੇ ਨੇ, ਪਰ ਪੰਜਾਬੀ ਜਿਹੜੇ ਹੁੰਦੇ ਨੇ ਸਵਾਦਾਂ ਦੇ ਸ਼ੌਕੀਨ ਹੁੰਦੇ ਨੇ। ਹਰ ਇੱਕ ਜਗ੍ਹਾ 'ਤੇ ਬਾਹਰ ਜਾ ਕੇ ਵੀ ਲੱਭਦੇ ਆ ਕਿ ਸਾਨੂੰ ਪੰਜਾਬੀ ਜਿਹੜਾ ਖਾਣਾ ਉਹੀ ਮਿਲੇ। ਤੁਹਾਡੇ ਵਾਸਤੇ ਕਿੰਨਾ ਔਖਾ ਸੀ ਸਵਾਦ ਛੱਡਣੇ, ਮਸਾਲੇ ਛੱਡਣੇ, ਕਿ ਪੰਜਾਬੀ ਇੱਕ ਖਾਸ ਕਰਕੇ ਅੰਮ੍ਰਿਤਸਰੀ ਹੋ ਕੇ, ਅੰਮ੍ਰਿਤਸਰੀ ਵੈਸੇ ਹੀ ਖਾਣਾ ਪੀਣ ਦੀ ਚੀਜ਼ਾਂ ਦੇ ਬਹੁਤ ਸ਼ੌਕੀਨ ਹੁੰਦੇ? ਦੇਖੋ ਜੀ, ਇਹੀ ਸਭ ਤੋਂ ਵੱਡੀ ਗੱਲ ਆ ਵੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਟੇਸਟ ਜ਼ੁਬਾਨ ਦੇ ਉੱਤੇ ਕੰਟਰੋਲ ਕਰਨਾ ਪਏਗਾ। ਜਿਹੜਾ ਬੰਦਾ ਆਪਣੇ ਟੇਸਟ ਦੇ ਉੱਤੇ ਕੰਟਰੋਲ ਕਰ ਸਕਦਾ ਜੀ, ਉਹ ਹੀ ਆਪਣੀ ਗੇਮ ਦੇ ਵਿੱਚ ਅੱਗੇ ਜਾ ਸਕਦਾ ਹੈ। ਅਤੇ ਇਸ ਚੀਜ਼ ਨੂੰ ਲੈ ਕੇ ਮੈਂ ਸ਼ੁਰੂ ਤੋਂ ਹੀ ਤਿਆਰ ਸੀ, ਅਤੇ ਅੱਜ ਵੀ ਮੈਂ ਆਪਣੇ ਇੱਕ ਰੂਟੀਨ ਦੇ ਵਿੱਚ ਚੱਲਦਾ ਪਿਆ। ਫਰਦਰ ਮੈਂ ਅੱਗੇ ਵੀ ਟਾਰਗੇਟ ਚੂਜ਼ ਕਰਕੇ ਰੱਖੇ ਹੋਏ ਨੇ ਆਪਣੇ, ਅਤੇ ਉਹਦੇ ਲਈ ਹਮੇਸ਼ਾ ਮੈਨੂੰ ਉਸ ਇੱਕ ਡਿਸਿਪਲਿਨ ਡਾਈਟ ਦੇ ਉੱਪਰ ਰਹਿਣਾ ਪਊਗਾ। ਜੇ ਅਗਲੇ ਟਾਰਗੇਟ ਦੀ ਗੱਲ ਕਰੀਏ, ਇਹ ਤਾਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਤੁਹਾਡਾ ਨਾਮ ਦਰਜ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਦਾ ਅਗਲਾ ਟਾਰਗੇਟ ਕੀ ਹੈ? ਕੀ ਸੋਚਿਆ ਵਾ ਕਿ ਜ਼ਿੰਦਗੀ ਦੇ ਵਿੱਚ ਅਜੇ ਮੈਂ ਬਹੁਤ ਕੁਝ ਕਰਨਾ ਮੇਰੇ ਵਾਸਤੇ ਬਾਕੀ ਹੈ? ਹਾਂਜੀ, ਜਿੱਦਾਂ ਕਿ ਬੋਡੀ ਬਿਲਡਿੰਗ ਨੂੰ ਆਮ ਤੌਰ 'ਤੇ ਸਾਰੇ ਇੱਕ ਗੇਮ ਸਮਝਦੇ ਨੇ, ਬਟ ਬੋਡੀ ਬਿਲਡਿੰਗ ਨੂੰ ਜੇ ਤੁਸੀਂ ਐਜ਼ ਅ ਲਾਈਫ ਸਟਾਈਲ ਲਓਗੇ, ਇਹ ਤੁਹਾਡੇ ਲਈ ਜ਼ਿਆਦਾ ਵਧੀਆ ਰਹੂਗਾ। ਬਿਕੋਜ਼ ਬੋਡੀ ਬਿਲਡਿੰਗ ਇੱਦਾਂ ਦੀ ਗੇਮ ਆ, ਤੁਸੀਂ ਜਿਮ ਦਾ ਰੂਟੀਨ 'ਚ ਜਾਣਾ ਹੀ ਜਾਣਾ ਵਾ। ਤੁਸੀਂ ਸਿਰਫ ਇੱਕ ਡਿਸਿਪਲਿਨ 'ਚ ਡਾਈਟ ਖਾਣੀ ਆ ਅਤੇ ਪ੍ਰੋਪਰ ਰੈਸਟ ਲੈਣੀ ਆ। ਜਦੋਂ ਤੁਹਾਡਾ ਡਿਸਿਪਲਿਨ ਬਣ ਜਾਂਦਾ, ਉਹ ਤੁਹਾਡਾ ਇੱਕ ਲਾਈਫ ਸਟਾਈਲ ਬਣ ਜਾਂਦਾ, ਅਤੇ ਤੁਸੀਂ ਉਸ ਚੀਜ਼ ਦਾ ਜਿੱਦਾਂ ਚਾਹੋ ਐਜ਼ ਏ ਪ੍ਰੋਫੈਸ਼ਨਲ ਐਥਲੀਟ ਵੀ ਫਾਇਦਾ ਲੈ ਸਕਦੇ ਹੋ। ਜੇ ਐਜ਼ ਏ ਨੋਰਮਲ ਲਾਈਫ ਹੀ ਜੀਣੀ ਆ, ਤੁਹਾਨੂੰ ਫਿਰ ਵੀ ਸੇਮ ਹੀ
ਰਾਹ ਨੂੰ ਚੂਜ਼ ਕਰਨਾ ਪੈਣਾ। ਤੇ ਹੁਣ ਜਿਵੇਂ ਮੇਰਾ ਰਿਕਾਰਡ ਆਪਣੇ ਦਰਜ ਹੋਇਆ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ 'ਚ, ਜੀ ਮੇਰਾ ਟਾਰਗੇਟ ਹੈ ਇਸ ਦੇ ਨਾਲ ਆਪਣੇ ਹੀ ਰਿਕਾਰਡ ਨੂੰ ਬੀਟ ਕਰਨ ਦਾ, ਤੇ ਮੇਰਾ ਅਨਦਰ ਫੋਕਸ ਆ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਰਿਕਾਰਡ ਦਰਜ ਕਰਾਉਣ ਦਾ। ਅਸੀਂ ਵੀ ਸਾਡੀਆਂ ਸ਼ੁਭਕਾਮਨਾ ਤੁਹਾਡੇ ਨਾਲ ਨੇ। ਇਸ ਦੇ ਨਾਲ ਇੱਕ ਗੱਲ, ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਸੂਬੇ ਦਾ ਨਾਮ ਨਹੀਂ ਰੋਸ਼ਨ ਕਰਨ ਜਾ ਰਹੇ, ਖਾਲੀ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਨਹੀਂ ਕਰਨ ਜਾ ਰਹੇ, ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ ਜਾ ਰਹੇ ਹੋ। ਇਸ ਦੇ ਵਿੱਚ ਸਰਕਾਰਾਂ ਦਾ ਕਿੰਨਾ ਕੁ ਯੋਗਦਾਨ ਰਿਹਾ ਤੁਹਾਡੇ ਪੂਰੇ ਸਫ਼ਰ ਦੇ ਵਿੱਚ, ਤੇ ਜਿਹੜਾ ਤੁਸੀਂ ਅੱਜ ਤੱਕ ਇੱਥੇ ਪਹੁੰਚੇ ਹੋ, ਤੇ ਕੀ ਕਹਿਣਾ ਚਾਹੁੰਦੇ ਹੋ ਦੇਸ਼ ਨੂੰ, ਦੇਸ਼ ਦੇ ਯੂਥ ਨੂੰ? ਦੇਖੋ ਜੀ, ਜੇ ਸਪੋਰਟ ਦੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਕੋਈ ਸਪੋਰਟ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ ਐਥਲੀਟਸ ਲਈ, ਠੀਕ ਨਹੀਂ। ਤੇ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਜਿੱਦਾਂ ਮੈਂ ਆਪਣੇ ਕਾਰੋਬਾਰ 'ਚ ਸੈਟਲ ਹੋਇਆ, ਮੈਂ ਦੇਖਿਆ ਮੇਰੇ ਕੋਲ ਕੁਝ ਐਕਸਟਰਾ ਇਨਕਮ ਹੈਗੀ ਆ ਜਿਹੜੇ ਮੈਂ ਆਪਣੀ ਗੇਮ ਦੇ ਹਿਸਾਬ ਨਾਲ ਆਪਣੇ ਉੱਪਰ ਸਪੈਂਡ ਕਰ ਸਕਦਾ। ਤੇ ਮੈਂ ਉਸ ਚੀਜ਼ ਨੂੰ ਪਹਿਲਾਂ ਹੀ ਲੈ ਕੇ ਚੱਲਿਆ ਸੀ ਵੀ ਮੈਨੂੰ ਕਿਸੇ ਵੱਲੋਂ ਸਪੋਰਟ ਮਿਲੇ ਜਾਂ ਨਾ ਮਿਲੇ, ਮੈਂ ਆਪਣੀ ਗੇਮ ਨੂੰ ਹੀ ਇਸ ਤਰੀਕੇ ਨਾਲ ਮੈਨੇਜ ਕਰਨਾ ਵੀ ਮੈਂ ਕਿਸੇ ਉੱਪਰ ਡਿਪੈਂਡ ਨਾ ਹੋਵਾਂ। ਤੇ ਸਭ ਤੋਂ ਵੱਡੀ ਗੱਲ ਸੀ ਫਿਰ ਫੈਮਿਲੀ ਦੀ ਸਪੋਰਟ, ਤੇ ਕਾਰੋਬਾਰ ਦੇ ਵਿੱਚ ਮੈਂ ਆਲਰੇਡੀ ਸੈਟਲ ਸੀ, ਤਾਂ ਮੈਂ ਫਿਰ ਉਸ ਚੀਜ਼ ਨੂੰ ਫਿਰ ਆਪਣੀ ਗੇਮ ਦੇ ਵਿੱਚ ਲਿਆਂਦਾ, ਤੇ ਅੱਜ ਮੈਂ ਆਪਣੀ ਗੇਮ ਨੂੰ ਰੂਟੀਨ 'ਚ ਕਰ ਰਿਹਾ। ਸਰਕਾਰਾਂ ਦਾ ਮੈਂ ਜਿਸ ਤਰੀਕੇ ਨਾਲ ਕਿਹਾ, ਜ਼ਿਕਰ ਕੀਤਾ, ਉਸ ਤੋਂ ਬਾਅਦ ਮੈਂ ਕਿਹਾ ਕਿ ਜਿਹੜਾ ਯੂਥ ਹੈ ਅੱਜ ਪੰਜਾਬ ਦੇ ਯੂਥ ਨੂੰ ਕਿਹਾ ਜਾਂਦਾ ਕਿ ਨਸ਼ਿਆਂ ਦੇ ਬਹੁਤ ਵੱਧ ਰਿਹਾ ਵਾ, ਤੇ ਤੁਸੀਂ ਜਿਹੜੀ ਇਹ ਗੇਮ ਕਰ ਰਹੇ ਹੋ ਇਸ ਦੇ ਵਿੱਚ ਨਸ਼ਿਆਂ ਤੋਂ ਬਿਲਕੁਲ ਦੂਰ ਰਿਹਾ ਜਾਂਦਾ ਹੈ। ਕੀ ਉਹਨਾਂ ਨੂੰ ਤੁਸੀਂ ਮੋਟੀਵੇਟ ਕਰਨਾ ਚਾਹੋਗੇ? ਕੀ ਮੈਸੇਜ ਹੈ ਜਿਹੜਾ ਅੱਜ ਦੇ ਯੂਥ ਨੂੰ ਦੇਣਾ ਚਾਹੋਗੇ ਕਿ ਉਹ ਇਸ ਗੇਮ ਵੱਲ ਵਧਣ? ਦੇਖੋ ਜੀ, ਕੋਈ ਵੀ ਨਸ਼ਾ ਕਰਨ ਵਾਲਾ ਇਨਸਾਨ ਗੇਮ ਨਹੀਂ ਕਰ ਸਕਦਾ ਜੀ, ਠੀਕ ਆ। ਗੇਮ ਕਰਨ ਲਈ ਇੱਕ ਇਨਸਾਨ ਦਾ ਪੋਜ਼ਿਟਿਵ ਮਾਈਂਡ ਹੋਣਾ ਬਹੁਤ ਜ਼ਰੂਰੀ ਆ, ਤੇ ਨਸ਼ੇ ਕਦੇ ਵੀ ਬੰਦੇ ਦਾ ਜਿਹੜਾ ਮਾਈਂਡ ਆ ਪੋਜ਼ਿਟਿਵ ਨਹੀਂ ਰਹਿਣ ਦਿੰਦੇ, ਠੀਕ ਹੈ। ਜਦ ਕਿ ਜਿਹੜਾ ਬੰਦਾ ਗੇਮ ਕਰਦਾ ਹੋਊਗਾ ਉਹ ਕਦੀ ਨਸ਼ਿਆਂ ਵਾਲੇ ਪਾਸੇ ਨਹੀਂ ਜਾਊਗਾ। ਜੀ, ਦੇਖੋ ਹੁਣ ਸਰਕਾਰ ਦੇ ਹੱਥ ਵੱਸ ਹੈਗਾ ਉਹ ਆਪਣੀ ਯੂਥ ਦੀ ਕਿੱਦਾਂ ਜੀ ਸਪੋਰਟ ਕਰਦਾ। ਮੈਂ ਹੁਣ ਤੱਕ ਆਪਣੀ ਲਾਈਫ ਦੇ ਵਿੱਚ ਕਾਂਗਰਸ ਤੋਂ ਬਾਅਦ, ਅਕਾਲੀਆਂ ਤੋਂ ਬਾਅਦ, ਹੁਣ ਨਵੀਂ ਸਰਕਾਰ ਸਾਡੀ ਜਿਹੜੀ ਸੂਬੇ 'ਚ ਆਈ ਆ ਆਪ ਸਰਕਾਰ, ਤੇ ਇਹਨਾਂ ਤੋਂ ਕਾਫੀ ਹੱਦ ਤੱਕ ਮੈਨੂੰ ਉਮੀਦਾਂ ਵੀ ਇਹ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਕੁਝ ਵਧੀਆ ਕਰਨਗੇ, ਜੋ ਉਮੀਦ ਆ ਮੈਨੂੰ ਆਪਣੇ ਸਰਕਾਰ ਤੋਂ, ਤੇ ਚਾਹੀਦੀ ਵੀ ਆ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੋ ਐਟਮੋਸਫੇਅਰ ਪੰਜਾਬ ਦਾ ਬਣਿਆ ਹੋਇਆ ਵਾ, ਯੂਥ ਨੂੰ ਕੋਈ ਰਾਹ ਹੀ ਨਹੀਂ ਦਿਖਦਾ। ਦੇਖੋ ਜੀ, ਕੋਈ ਕੁਆਲੀਫਿਕੇਸ਼ਨ ਦੇ ਵਿੱਚ ਮਾਸਟਰ ਆ ਤੇ ਉਹਨੂੰ ਜੋਬ ਨਹੀਂ ਮਿਲ ਰਹੀ, ਕੋਈ ਇੱਕ ਵਧੀਆ ਐਥਲੀਟ ਆ ਉਹਦੇ 'ਚ ਕੈਪੇਬਿਲਿਟੀ ਹੈ ਇੰਡੀਆ ਦਾ ਨਾਂ ਰੋਸ਼ਨ ਕਰਨ ਦੀ ਇੰਟਰਨੈਸ਼ਨਲ ਲੈਵਲ 'ਤੇ, ਉਹਨੂੰ ਨਹੀਂ ਕੁਝ ਫਿਊਚਰ ਨਜ਼ਰ ਆਉਂਦਿਆ। ਤੇ ਜਦੋਂ ਪੜ੍ਹੇ ਲਿਖੇ ਬੰਦੇ ਨੂੰ ਆਪਣਾ ਫਿਊਚਰ ਨਹੀਂ ਨਜ਼ਰ ਆਉਣਾ, ਇੱਕ ਸਪੋਰਟਸਮੈਨ ਨੂੰ ਆਪਣਾ ਫਿਊਚਰ ਨਹੀਂ ਨਜ਼ਰ ਆਉਣਾ, ਤੇ ਉੱਥੇ ਫਿਰ ਮੀਨਸ ਉਹ ਬੰਦਾ ਉਹ ਰਾਹ ਹੀ ਕਿਉਂ ਚੂਜ਼ ਕਰੂਗਾ? ਉਹਨਾਂ ਨਾਲ ਦੇਖ ਕੇ ਬਾਕੀ ਬੰਦਿਆਂ ਨੂੰ ਵੀ ਮੈਸੇਜ ਮਿਲ ਜਾਂਦਾ, ਯਾਰ ਤੂੰ ਕਿਹੜਾ ਪਲੇਅਰ ਬਣ ਕੇ ਕੁਝ ਲੈ ਲਿਆ, ਤੂੰ ਪੜ੍ਹ ਕੇ ਕੀ ਲੈ ਲਿਆ, ਜੋਬ ਤਾਂ ਤੈਨੂੰ ਮਿਲੀ ਨਹੀਂ। ਇਸੇ ਰੀਜ਼ਨ ਕਰਕੇ ਅੱਜ ਦੀ ਸਾਡੀ ਯੂਥ ਪੀੜ੍ਹੀ ਆ ਜਿਹੜੀ ਉਹ ਆਪਣੀ ਦੇਖਿਆ ਜਾਵੇ ਤਾਂ +2 ਕਰਕੇ ਬਾਹਰ ਜਾਣ ਨੂੰ ਪਹਿਲ ਦੇਣ ਲੱਗ ਪਈ ਆ। ਸਾਰਾ ਯੂਥ ਟੈਲੈਂਟ ਸਾਡਾ ਆਊਟ ਆਫ ਇੰਡੀਆ, ਵਿਦੇਸ਼ਾਂ ਦੇ ਵਿੱਚ ਬਾਕੀ ਦੇਸ਼ਾਂ ਦੀ ਉન્નਤੀ ਦਾ ਹਿੱਸਾ ਬਣਦਾ ਪਿਆ, ਜਦ ਕਿ ਇਹ ਸਾਰਾ ਕੁਝ ਸਾਨੂੰ ਆਪਣੇ ਪੰਜਾਬ 'ਚ ਹੱਕ ਮਿਲਣੇ ਚਾਹੀਦੇ ਸੀ। ਜਿੰਨੇ ਵੀ ਯੂਥ ਅੱਜ ਬਾਹਰ ਜਾ ਰਹੇ ਨੇ ਉਹ ਸਾਰੇ ਦੂਜੇ ਦੇਸ਼ਾਂ ਦੀ ਇਕੋਨਮੀ ਨੂੰ ਇੰਨਾ ਕੁ ਜ਼ਿਆਦਾ ਸਟਰੋਂਗ ਕਰ ਰਹੇ ਨੇ, ਜਿੱਥੇ ਇੱਕ ਯੂਥ ਹੀ ਮੁੱਢ ਹੁੰਦਾ। ਅੱਜ ਤੁਸੀਂ ਰੇਸ਼ੋ ਦੇਖੋ, ਮੋਸਟਲੀ ਜਿੰਨੇ ਵੀ ਯੂਥ ਆ ਬਾਹਰ ਨੂੰ ਹੀ ਪ੍ਰੈਫਰ ਕਰ ਰਹੇ ਨੇ, ਤੇ ਇਹਦੇ ਵਿੱਚ ਸਾਡੇ ਸਰਕਾਰਾਂ ਦੀਆਂ ਵੀ ਗਲਤੀਆਂ ਨੇ, ਤੇ ਸ਼ਾਇਦ ਹੁਣ ਇਸ ਸਰਕਾਰ ਤੋਂ ਹੀ ਉਮੀਦ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਆਉਣ ਵਾਲੇ ਟਾਈਮ ਦੇ ਹਾਲਾਤ ਵਧੀਆ ਹੋਣ। ਜਿਸ ਤਰ੍ਹਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਤੁਹਾਡਾ ਰਿਕਾਰਡ ਹੈ, ਅਗਲਾ ਟਾਰਗੇਟ ਹੈ, ਤੁਸੀਂ ਕਿਹਾ ਕਿ ਹਰ ਕਿਸੇ ਦਾ ਇੱਕ ਟਾਰਗੇਟ ਹੁੰਦਾ ਕਿ ਮੈਂ ਇੱਕ ਦੂਸਰੇ ਵਿਅਕਤੀ ਦੇ ਟਾਰਗੇਟ ਨੂੰ ਬੀਟ ਕਰਨਾ, ਜਾਂ ਮੈਂ ਉਹਦੇ ਜਿਹੜਾ ਰਿਕਾਰਡ ਹੈ ਉਸ ਨੂੰ ਤੋੜਨਾ। ਤੁਹਾਡਾ ਰਿਕਾਰਡ ਹੈ ਕਿ ਤੁਸੀਂ ਆਪਣੇ ਹੀ ਰਿਕਾਰਡ ਨੂੰ ਤੋੜਨਾ। ਦੇਖੋ ਜੀ, ਮੈਂ ਕਦੀ ਵੀ ਰਿਕਾਰਡ ਵਾਸਤੇ, ਹਾਰ ਜਿੱਤ ਵਾਸਤੇ ਗੇਮ ਨੂੰ ਨਹੀਂ ਚੂਜ਼ ਕੀਤਾ ਸੀ, ਤੇ ਗੇਮ ਨੂੰ ਮੈਂ ਐਜ਼ ਏ ਲਾਈਫ ਸਟਾਈਲ ਚੂਜ਼ ਕੀਤਾ ਸੀ ਜੀ। ਤੇ ਉਹ ਮੀਨਸ ਇੱਕ ਜਰਨੀ, ਜਿਸ ਤਰ੍ਹਾਂ ਜਿਵੇਂ ਮੈਂ ਆਪਣੀ ਜਰਨੀ ਬੋਡੀ ਬਿਲਡਿੰਗ ਇੱਕ ਗੇਮ ਨੂੰ ਐਜ਼ ਏ ਜਰਨੀ ਲਿਆ, ਤੇ ਮੈਂ ਅੱਜ ਟੋਟਲ 30 ਮੈਡਲਸ ਵਿਨ ਕਰ ਲਏ। ਉਹ ਆਪਣੇ ਆਪ 'ਚ ਇੱਕ ਰਿਕਾਰਡ ਬਣ ਗਿਆ ਇੱਕ ਟਾਈਮ 'ਤੇ ਆ ਕੇ। ਤੇ ਫਰਦਰ ਮੈਂ ਆਪਣੀ ਪਰਫੋਰਮੈਂਸ ਨੂੰ ਹੋਰ ਵਧੀਆ ਕਰੂੰਗਾ, ਜਿੱਥੇ ਮੇਰੇ 30 ਮੈਡਲ ਨੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਵੀ ਹੋਰ ਇੰਪਰੂਵ ਕਰਾਂ ਤੇ ਆਪਣੇ ਹੀ ਰਿਕਾਰਡ ਨੂੰ ਬੀਟ ਕਰਾਂ। ਧੰਨਵਾਦ।
ਤਾਂ ਇਹ ਸਨ ਅਮਨਦੀਪ ਸਿੰਘ ਜੋ ਬੋਡੀ ਬਿਲਡਿੰਗ ਦੇ ਵਿੱਚ ਇੱਕ ਲੰਬਾ ਸਫ਼ਰ ਜਿਨ੍ਹਾਂ ਨੇ ਬਿਤਾਇਆ ਤੇ ਮਿਹਨਤ ਕੀਤੀ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਕਿ ਹੁਣ ਉਹਨਾਂ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਨੇ ਪੰਜਾਬ ਦਾ ਨਾਮ ਨੇ ਰੋਸ਼ਨ ਕਰਨ ਜਾ ਰਹੇ ਨੇ ਤੇ ਜਿਹੜੀ ਕਾਫੀ ਖੁਸ਼ੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਇਸ ਵੇਲੇ ਇਹਨਾਂ ਤੇ ਨਾਲ ਹੀ ਜਿਹੜਾ ਮਾਣ ਹੈ ਉਹ ਵੀ ਦੇਸ਼ ਦਾ ਹੈ ਵਧਾਉਣ ਜਾ ਰਹੇ ਨੇ। ਕੈਮਰਾਮੈਨ ਅਰਸ਼ਦੀਪ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ।